Why are students not getting jobs in Canada? ਕੋਈ ਵੀ ਬੱਚਾ ਜਦੋਂ ਕੈਨੇਡਾ ਅੱਜ ਕੱਲ੍ਹ ਪੜ੍ਹਨ ਲਈ ਜਾ ਰਿਹਾ ਹੈ, ਇੱਕ ਸਿਚੁਏਸ਼ਨ ਉਹਦੇ ਸਾਹਮਣੇ ਬਹੁਤ ਇੱਕ ਆਮ ਦੇਖਣ ਨੂੰ ਮਿਲ ਰਹੀ ਹੈ ਕਿ ਉਹ ਦਰ ਜਾ ਕੇ ਜੌਬ ਲਈ ਪਤਾ ਕਰਦਾ ਹੈ। ਜੌਬ ਪਤਾ ਕਰਨ ਤੋਂ ਬਾਅਦ ਉਸ ਨੂੰ ਕੋਈ ਕਾਲ ਨਹੀਂ ਆਉਂਦੀ ਐਂਡ ਆਫ ਦਾ ਡੇ ਉਸ ਨੂੰ ਫੀਸਾਂ ਕੱਢਣੀਆਂ ਮੁਸ਼ਕਿਲ ਹੋ ਜਾਂਦੀਆਂ ਨੇ। ਕੱਲੀਆਂ ਫੀਸਾਂ ਹੀ ਨਹੀਂ, ਉਹਦਾ ਜਿਹੜਾ ਕਾਸਟ ਆਫ ਲਿਵਿੰਗ ਹੈ ਉਹ ਵੀ ਕਹਿ ਲਓ ਕਿ ਉਹਨੂੰ ਕੱਢਣਾ ਮੁਸ਼ਕਿਲ ਹੋ ਜਾਂਦਾ, ਬਿਕੋਜ਼ ਕਿਤੇ ਨਾ ਕਿਤੇ ਕੈਨੇਡਾ ਦੇ ਵਿੱਚ ਅੱਜ ਕੱਲ੍ਹ ਮਹਿੰਗਾਈ ਵੀ ਬਹੁਤ ਹੋ ਚੁੱਕੀ ਹੈ। ਹੁਣ ਐਂਡ ਆਫ ਦਾ ਡੇ ਇਹ ਚੀਜ਼ ਦੇਖਣ ਵਾਲੀ ਹੈ ਐਂਡ ਇਹ ਚੀਜ਼ ਸਮਝਣ ਵਾਲੀ ਵੀ ਹੈ ਕਿ ਜੌਬਸ ਮਿਲ ਕਿਉਂ ਨਹੀਂ ਰਹੀਆਂ। What are the reasons behind it and ਇਹ ਕਦੋਂ ਤੱਕ ਇਦਾਂ ਹੀ ਰਹੇਗਾ ਕਿ ਹੁਣ ਕੈਨੇਡਾ ਦੇ ਵਿੱਚ ਕਦੀ ਦੁਬਾਰਾ ਉਦਾਂ ਦਾ ਇੱਕ ਬੂਮ ਪਹਿਲਾਂ ਆਇਆ ਹੋਇਆ ਸੀਗਾ ਜਿਹਦੇ ਵਿੱਚ ਕਹ ਲਓ ਕਿ ਕੋਈ ਵੀ ਬੰਦਾ ਕੋਈ ਵੀ ਜੌਬ ਕਰਦਾ ਸੀਗਾ ਤੇ ਆਪਣਾ ਰੋਟੀ ਪਾਣੀ ਕੱਢ ਲੈਂਦਾ ਸੀਗਾ, ਕਿ ਉਹ ਟਾਈਮ ਦੁਬਾਰਾ ਵਾਪਸ ਨਹੀਂ ਆਏਗਾ। ਅੱਜ ਦੀ ਵੀਡੀਓ ਵਿੱਚ ਸਿਰਫ ਇਸ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਹ ਦੇਖਾਂਗੇ what are the reasons behind it, ਇਹ ਸਾਰੀ ਸਿਚੁਏਸ਼ਨ ਦੇ ਮਗਰ ਕਿ ਕਿਉਂ ਬੱਚਿਆਂ ਨੂੰ ਜੌਬਸ ਨਹੀਂ ਮਿਲ ਰਹੀਆਂ ਜੇ ਕਿਸੇ ਵੀ ਇੰਡੀਵਿਜੂਅਲ ਨੂੰ। ਐਂਡ ਉਸ ਤੋਂ ਬਾਅਦ ਇਹ ਦੇਖਾਂਗੇ ਕਿ ਜੇ ਜੌਬ ਹਾਸਿਲ ਕਰਨੀ ਹੈ ਤੇ ਕੀ ਕਰ ਸਕਦਾ ਹੈ ਕੋਈ ਇੱਕ ਆਮ ਬੱਚਾ ਜਾਂ ਇੱਕ ਇੰਡੀਵਿਜੂਅਲ। ਦਾ ਮੇਨ ਰੀਜ਼ਨ, ਸਭ ਤੋਂ ਪਹਿਲਾ ਰੀਜ਼ਨ ਇੱਕ ਜੋ ਹੈਗਾ ਆ ਜਿਹਦੇ ਵਿੱਚ ਕਹਿ ਲਓ ਕਿ ਬੱਚਿਆਂ ਦਾ ਕੋਈ ਕਸੂਰ ਨਹੀਂ, ਉਹ ਇਹ ਹੈ ਕਿ ਕੋਵਿਡ ਦੇ ਦਿਨਾਂ ਦੇ ਵਿੱਚ ਜੋ ਇੰਡਸਟਰੀਜ਼ ਹੈ ਉਹਨਾਂ ਨੇ ਬਹੁਤ ਜ਼ਿਆਦਾ ਮੈਨੂਫੈਕਚਰਿੰਗ ਕਰ ਲਈ, ठीक है, और they have just transferred themselves towards automation। ਸੋ ਜਿਹੜੀ ਇੰਡਸਟਰੀਜ਼ ਅੱਗੇ ਕਹਿ ਲਓ ਕਿ ਮੈਨ ਮੇਡ ਸੀਗੀਆਂ ਜਾਂ ਕਹਿ ਲਓ ਕਿ ਬੰਦੇ ਜੋ ਮਸ਼ੀਨਾਂ ਦੇ ਕੰਮ ਕਰਦੇ ਸੀਗੇ, ਬਿਕੋਜ਼ ਕੋਵਿਡ ਦੇ ਵਿੱਚ ਬੰਦੇ ਨਹੀਂ ਬਾਹਰ ਜਾ ਕੇ ਕੰਮ ਕਰ ਪਾ ਰਹੇ ਸੀਗੇ, ਵੀ ਆਲਵੇਜ਼ ਸਟਕ ਇਨ ਦਾ ਹੋਮਸ। ਉਸ ਕਰਕੇ ਜੋ ਇੰਡਸਟਰੀਜ਼ ਨੇ ਜੋ ਪ੍ਰੋਡਕਸ਼ਨ ਕੀਤੀ ਹੈ ਥਰੂ ਆਟੋਮੈਟਿਕ ਮਸ਼ੀਨਸ ਐਂਡ ਆਲ, ਚਾਹੇ ਜਿਸ ਮਰਜ਼ੀ ਢੰਗ ਦੇ ਨਾਲ, ਉਹਦੇ ਨਾਲ ਬਹੁਤ ਜ਼ਿਆਦਾ ਪ੍ਰੋਡਕਸ਼ਨ ਹੋ ਚੁੱਕੀ ਹੈ। ਸੋ ਕਹਿਣ ਦਾ ਮੋਟਿਵ ਕੀ ਹੈ ਕਿ ਜਿਹੜੇ ਲੋਕਾਂ ਨੇ ਕੰਮ 10 ਸਾਲ ਦੇ ਵਿੱਚ ਕਰਨਾ ਸੀਗਾ ਉਹ ਕੰਪਨੀਜ਼ ਨੇ 3 ਸਾਲ ਦੇ ਵਿੱਚ ਕਰ ਲਿਆ, ਕਰਕੇ ਆਪਣੇ ਆਪ ਨੂੰ ਸੈਟੀਸਫਾਈਡ। ਦੇ ਹੈਵ ਜਸਟ ਬਲੌਕਡ देयर ਮਨੀ ਐਂਡ ਅਦਰ ਸਟਫ, ਵਿਚ ਮੀਨਸ ਕਿ ਹੁਣ ਉਹਨਾਂ ਨੂੰ ਜ਼ਿਆਦਾ ਬੰਦਿਆਂ ਦੀ ਜ਼ਰੂਰਤ ਨਹੀਂ ਹੈਗੀ, ਚਾਹੇ IT ਹੋਵੇ ਚਾਹੇ ਕੋਈ ਮੈਨੂਫੈਕਚਰਿੰਗ ਹੋਵੇ, ਉਹਨੂੰ ਇੰਨੇ ਬੰਦਿਆਂ ਦੀ ਜ਼ਰੂਰਤ ਨਹੀਂ ਹੈਗੀ। ਐਂਡ ਇਹ ਇਕੱਲੀ ਕੈਨੇਡਾ ਦੀ ਗੱਲ ਨਹੀਂ ਹੈ, ਇਹ ਆਲ ਓਵਰ ਵਰਲਡ ਇਹ ਸਿਚੁਏਸ਼ਨ ਦੇਖੀ ਜਾ ਰਹੀ ਹੈ ਦੈਟ ਜੌਬਸ ਆਰ ਡਿਕਲਾਈਨਿੰਗ, ਜੌਬਸ ਖਤਮ ਹੋ ਰਹੀਆਂ ਨੇ। ਪਹਿਲਾ ਰੀਜ਼ਨ ਤਾਂ ਇਹ ਹੈ ਜਿਸ ਕਰਕੇ ਬੱਚਿਆਂ ਨੂੰ ਕੈਨੇਡਾ ਵਿੱਚ ਇਸ ਵੇਲੇ ਇਹ ਦਿੱਕਤ ਆ ਰਹੀ ਹੈ। ਦੂਜੀ ਚੀਜ਼, ਕੈਨੇਡਾ ਨੇ ਪਿਛਲੇ ਸਾਲ ਇੱਕ ਅਨਾਉਂਸਮੈਂਟ ਕੀਤੀ ਸੀਗੀ ਕਿ 20 ਘੰਟੇ ਤੋਂ ਜ਼ਿਆਦਾ ਬੱਚਾ ਕੰਮ ਕਰ ਸਕਦਾ ਹੈ। ਹੁਣ ਉਹ ਵਾਲਾ ਕੈਪ ਉਹਨੇ ਹਟਾ ਦਿੱਤਾ ਸੀਗਾ। ਸੁਣਨ ਨੂੰ ਬਹੁਤ ਚੰਗਾ ਲੱਗਾ ਸੀ ਐਂਡ ਉਹ ਕਹਿ ਲਓ ਕਿ ਬਹੁਤ ਇੱਕ ਵਧੀਆ ਜੋ ਡਿਸੀਜਨ ਮੰਨਿਆ ਜਾ ਰਿਹਾ ਸੀ, ਬਟ ਕਿਤੇ ਨਾ ਕਿਤੇ ਉਹਦੇ ਜੋ ਇੱਕ ਬੈਡ ਜੋ ਇਫੈਕਟਸ ਨੇ ਉਹ ਵੀ ਹੁਣ ਸਾਹਮਣੇ ਆ ਰਹੇ ਨੇ। ਉਹਦੇ ਨਾਲ ਹੋਇਆ ਕਿ ਜਿਹੜੇ ਬੱਚੇ ਲੈਟਸ ਸੇ ਮੈਂ ਅਗਰ ਕਿਤੇ ਜੌਬ ਤੇ ਲੱਗ ਗਿਆ, ਅੱਗੇ ਕੀ ਹੁੰਦਾ ਸੀਗਾ ਕਿ 20 ਘੰਟੇ ਮੈਂ ਕੰਮ ਕਰਕੇ 20 ਘੰਟੇ ਕੋਈ ਹੋਰ ਕਰਦਾ ਸੀ, ਇਹਦੇ ਨਾਲ ਰੋਜ਼ੀ ਰੋਟੀ ਚੱਲਦੀ ਸੀਗੀ ਹਰ ਬੱਚੇ ਦੀ। 20 ਘੰਟੇ ਕੰਮ ਕਰ ਲਿਆ, 20 ਘੰਟੇ ਕਿਤੇ ਕਿਸੇ ਹੋਰ ਬੱਚੇ ਨੇ ਕਰ ਲਿਆ, ਕੰਪਨੀ ਤਾਂ ਸੇਮ ਹੀ ਹੈ। ਬਟ ਹੁਣ ਕੰਪਨੀਜ਼ ਨੂੰ ਕੀ ਇੱਕ ਬਹੁਤ ਵਧੀਆ ਚੀਜ਼ ਲੱਭ ਗਈ, ਉਹ ਇਹ ਹੈ ਕਿ ਕੋਈ ਵੀ ਬੰਦਾ ਜਦੋਂ ਰਿਕਰੂਟ ਹੁੰਦਾ ਉਹ 20 ਘੰਟੇ ਤੋਂ ਵੱਧ ਤਾਂ ਕੰਮ ਕਰਦਾ ਹੀ ਹੈ। ਜਦੋਂ 20 ਘੰਟੇ ਤੋਂ ਵੱਧ ਕੰਮ ਕਰਦਾ ਆ ਤੇ ਉਹ ਜਿਹੜਾ ਹੈਗਾ ਕਿਸੇ ਨਵੇਂ ਬੱਚੇ ਨੂੰ ਮੌਕਾ ਮਿਲ ਹੀ ਨਹੀਂ ਰਿਹਾ। ਕੰਪਨੀਜ਼ ਨੂੰ ਕਿਸੇ ਨੂੰ ਟ੍ਰੇਨ ਕਰਨ ਦੀ ਜ਼ਰੂਰਤ ਹੈ ਨਹੀਂ। ਇੱਕ ਵਾਰੀ ਜੋ ਬੰਦਾ ਟ੍ਰੇਨ ਕੀਤਾ ਉਹ ਪੂਰਾ ਹਫਤਾ ਰੱਜ ਕੇ ਕੰਮ ਕਰੇ ਜਦ ਤੱਕ ਉਹ ਕਰਨਾ ਚਾਹਵੇ, ਬਿਕੋਜ਼ ਕੈਪ ਹੈ ਨਹੀਂ। ਹੁਣ ਇਹਦੇ ਨਾਲ ਹੋਇਆ ਕਿ ਜਿਹੜੇ ਬੱਚੇ ਉੱਥੇ ਆਲਰੇਡੀ ਨੇ ਉਹ ਤਾਂ ਸੈਟਲ ਹੋ ਗਏ, ਉਹ ਤਾਂ ਬਹੁਤ ਵਧੀਆ ਨੇ ਐਂਡ ਉਹਨਾਂ ਨੂੰ ਕਿਤੇ ਜੌਬ ਲੱਭਣ ਦੀ ਲੋੜ ਵੀ ਨਹੀਂ, ਕਿਉਂਕਿ ਉਹ ਹੁਣ ਕੰਮ ਰੱਜ ਕੇ ਕਰ ਸਕਦੇ ਆ। ਦੇ ਆਰ ਗੈਟਿੰਗ ਦੇਅਰ ਪਰਮਾਨੈਂਟ ਜੌਬਸ। ਬਟ ਜਿਹੜਾ ਬੱਚਾ ਹੁਣ ਇੱਥੋਂ ਜਾ ਰਿਹਾ, ਠੀਕ ਹੈ, ਇੰਡੀਆ ਤੋਂ ਹੁਣ ਜਾ ਰਿਹਾ ਜਾਂ ਅੱਗੇ ਪਿਛਲੇ ਇਨਟੇਕ ਗਿਆ, ਉਹ ਇੱਕ ਜੋ ਸਿਚੁਏਸ਼ਨ ਉਹਦੇ ਸਾਹਮਣੇ ਕ੍ਰੀਏਟ ਹੋ ਰਹੀ ਹੈ ਉਹ ਇਹ ਹੈ ਕਿ ਪੁਰਾਣੇ ਜੌਬਸ ਛੱਡ ਨਹੀਂ ਰਹੇ ਬੱਚੇ, ਬਿਕੋਜ਼ ਉਹ ਕਿਉਂ ਛੱਡਣ, ਉਹ ਤਾਂ ਕੰਮ ਕਰਨਗੇ। ਐਂਡ ਅੱਗੇ ਜੋ 20 ਘੰਟੇ ਦਾ ਕੈਪ ਸੀਗਾ ਉਹ ਇੱਕ ਉਹਨਾਂ ਨੂੰ ਇੱਕ ਰਿਸਟ੍ਰਿਕਟ ਕਰਦਾ ਸੀਗਾ ਓਵਰਕਮ ਕਰਨ ਤੋਂ, ਹੁਣ ਉਹ ਵੀ ਹਟ ਗਿਆ। ਸੋ ਐਂਡ ਆਫ ਦਾ ਡੇ ਜੋ ਨਵਾਂ ਬੱਚਾ ਹੈਗਾ ਉਹਨੂੰ ਕੰਮ ਇਸੇ ਕਰਕੇ ਨਹੀਂ ਮਿਲ ਰਿਹਾ। ਇਹ ਦੂਜਾ ਰੀਜ਼ਨ ਹੈ। ਤੀਜਾ ਰੀਜ਼ਨ ਜੋ ਮੇਨ ਇੱਕ ਹੋਰ ਹੈਗਾ ਉਹ ਇਹ ਹੈ ਕਿ ਜਦੋਂ ਕੋਈ ਵੀ ਬੱਚਾ ਜਾਂਦਾ ਆ 12ਵੀਂ ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਉਹ ਕੈਨੇਡਾ ਉਤਰਦਾ ਆ, he or she does not have the capability to present himself or herself। ਉਹ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਉਹਨਾਂ ਨੂੰ ਥੋੜਾ ਜਿਹਾ ਮੁਸ਼ਕਿਲ ਹੁੰਦਾ, ਬਿਕੋਜ਼ ਇੰਨਾ ਐਕਸਪੋਜ਼ਰ ਨਹੀਂ ਹੁੰਦਾ। ਪੇਰੈਂਟਸ ਇੰਡੀਆ ਦੇ ਵਿੱਚ ਇੰਨਾ ਐਕਸਪੋਜ਼ਰ ਨਹੀਂ ਦਿਵਾਉਂਦੇ ਐਂਡ ਕਿਤੇ ਨਾ ਕਿਤੇ ਉਹ ਚੀਜ਼ ਬੱਚਿਆਂ ਦੇ ਲਈ ਬਹੁਤ ਮਾੜੀ ਹੁੰਦੀ ਹੈ। ਇਹਦੇ ਵਿੱਚ ਮੈਂ ਫਿਰ ਕਹਿੰਦਾ, ਮੈਂ ਬੱਚਿਆਂ ਦਾ ਕਸੂਰ ਨਹੀਂ ਕੱਢਦਾ, ਪਰ ਕਹਿ ਲਓ ਕਿ ਸਾਡੇ ਹਾਲਾਤ ਇਦਾਂ ਦੇ ਨੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਦੈਟ ਵੀ ਡੂ ਨਾਟ ਸੈਂਡ ਆਰ ਸਟੂਡੈਂਟਸ ਜਾਂ ਚਿਲਡਰਨ ਫਾਰ ਅਵੇ ਕਿ ਚੱਲ ਜਾ ਕੇ ਮਾੜਾ ਮੋਟਾ ਕਿਤੇ ਕੰਮ ਕਰਨਾ, ਐਂਡ ਉਹਨਾਂ ਨੂੰ ਫਿਰ ਐਥਿਕਸ ਐਂਡ ਵਰਕ ਕਲਚਰ ਦਾ ਪਤਾ ਨਹੀਂ ਲੱਗਦਾ। ਇਹ ਹੋ ਗਈ ਤੀਜੀ ਮੇਨ ਪ੍ਰੋਬਲਮ। ਹੁਣ ਇਹਨਾਂ ਦੇ ਸੋਲੂਸ਼ਨ ਕੀ ਕਰਨੇ ਚਾਹੀਦੇ ਨੇ? ਲੈਟਸ ਸੇ ਯੂ ਆਰ ਇਨ ਕੈਨੇਡਾ ਐਂਡ ਤੁਸੀਂ ਕੈਨੇਡਾ ਜਾ ਰਹੇ ਹੋ, ਸੇ ਜੌਬ ਜਾਂਦੇ ਸਾਰੀ ਤੁਹਾਨੂੰ ਕਿੱਦਾਂ ਲੱਭੇਗੀ?
ਪਹਿਲੀ ਚੀਜ਼ ਜੋ ਤੁਸੀਂ ਬਹੁਤ ਸੌਖਿਆ ਕਰ ਸਕਦੇ ਹੋ ਬੇਟਾ, ਆਪਣਾ ਸਭ ਤੋਂ ਪਹਿਲਾਂ ਤਾਂ ਰਿਜ਼ਿਊਮੇ ਬਣਾਓ। ਠੀਕ ਹੈ, ਰਿਜ਼ਿਊਮੇ ਚਾਹੇ ਇੰਡੀਆ ਤੋਂ ਬਣਾ ਕੇ ਲੈ ਜਾਓ, ਚਾਹੇ ਉੱਥੇ ਜਾ ਕੇ ਬਣਾਉਣਾ ਦੇਖ ਲਓ, YouTube ਤੇ ਸਰਚ ਕਰ ਲਓ ਜਾਂ ਕਿਤੋਂ ਵੀ ਚੱਕ ਲਓ, ਤੁਹਾਨੂੰ ਰਿਜ਼ਿਊਮੇ ਬਣਾਉਣਾ ਆਉਣਾ ਚਾਹੀਦਾ ਹੈ। one thing। ਸੈਕੰਡ ਚੀਜ਼, ਇਫ ਯੂ ਡੋਂਟ ਹੈਵ ਐਨੀ ਕਾਈਂਡ ਆਫ ਐਕਸਪੀਰੀਅੰਸ, ਤੁਹਾਡਾ ਇੰਡੀਆ ਦੇ ਵਿੱਚ ਕਿਸੇ ਵੀ ਕੰਮ ਦਾ ਐਕਸਪੀਰੀਅੰਸ ਨਹੀਂ ਹੈਗਾ, ਤੁਸੀਂ 12ਵੀਂ ਕੀਤੀ ਐਂਡ ਫਟ ਆਇਲਸ ਕੀਤੀ ਐਂਡ ਨਾਲ ਹੀ ਤੁਸੀਂ ਬਾਹਰ ਚਲੇ ਗਏ ਐਂਡ ਉਸ ਦੌਰਾਨ ਤੁਸੀਂ ਕੋਈ ਵੀ ਕੰਮ ਨਹੀਂ ਕੀਤਾ, ਤੇ ਤੁਹਾਨੂੰ ਜੌਬ ਮਿਲਣੀ ਬਹੁਤ ਮੁਸ਼ਕਿਲ ਹੈ। ਬਿਕੋਜ਼ ਤੁਹਾਡਾ ਜੋ ਕੰਪੀਟੀਸ਼ਨ ਹੈ ਉਹ ਐਕਸਪੀਰੀਅੰਸਡ ਬੱਚਿਆਂ ਦੇ ਨਾਲ ਹੈ ਜੋ ਉੱਥੇ ਆਲਰੇਡੀ ਹੈਗੇ ਨੇ। So my suggestion is that if you are in India and you are, your file is in preparation, ਤੁਹਾਡਾ prepare ਹੋ ਰਹੀ ਹੈ ਫਾਈਲ, ਬੇਟਾ ਨਾਲ ਕਿਤੇ ਨਾ ਕਿਤੇ ਥੋੜਾ ਬਹੁਤਾ ਆਪਣਾ ਕੰਮਕਾਰ ਕਰਨਾ ਸ਼ੁਰੂ ਕਰੋ, ਆਪਣਾ ਐਕਸਪੀਰੀਅੰਸ ਗੇਨ ਕਰਨਾ ਸ਼ੁਰੂ ਕਰੋ and try to get international experience। ਸਬਵੇ ਹੋ ਗਿਆ, ਬੈਰਿਸਟਾ ਹੋ ਗਿਆ, ਜਾਂ ਜਿੰਨੀਆਂ ਵੀ ਕੈਨੇਡੀਅਨ ਤੁਹਾਡੀ ਕੰਪਨੀਆਂ ਨੇ, ਜਾਂ ਈਵਨ ਤੁਹਾਡਾ ਟਿਮ ਹਾਰਟਨਸ ਹੋ ਗਿਆ, ਜਾਂ ਈਵਨ ਸਟਾਰਬਕਸ ਹੋ ਗਿਆ, ਆਪਣਾ ਉਹ ਵਾਲੀ ਕੰਪਨੀਜ਼ ਦੇ ਵਿੱਚ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰੋ, ਜਾਂ ਉਹਨਾਂ ਕੋਲ ਜਾ ਕੇ ਐਕਸਪੋਜ਼ਰ ਲਓ ਜਿਹੜੀਆਂ ਕੰਪਨੀਜ਼ ਇੰਟਰਨੈਸ਼ਨਲੀ ਤੁਹਾਡੀ ਰਿਕਗਨਾਈਜ਼ਡ ਨੇ, ਸੋ ਦੈਟ ਤੁਹਾਡਾ ਉਹ ਜੋ ਐਕਸਪੀਰੀਅੰਸ ਹੋਏਗਾ ਤੁਹਾਡਾ ਇੰਟਰਨੈਸ਼ਨਲੀ ਵੀ ਉਹ ਕੰਮ ਕਰੇਗਾ। ਠੀਕ ਹੈ, ਸੋ ਇਹ ਤੁਸੀਂ ਕੰਮ ਕਰ ਸਕਦੇ ਹੋ। ਚੌਥੀ ਚੀਜ਼ ਜੋ ਤੁਹਾਨੂੰ ਕਰਨੀ ਚਾਹੀਦੀ ਹੈ, ਪਹਿਲੇ ਤਿੰਨ ਮੈਂ ਰੀਜ਼ਨ ਦੱਸ ਦਿੱਤੇ, ਚੌਥਾ ਮੈਂ ਤੁਹਾਨੂੰ ਆਹ ਜੋ ਪੁਆਇੰਟ ਇੱਕ ਸੋਲੂਸ਼ਨ ਦੱਸਿਆ, ਸੋ ਹੁਣ ਪੰਜਵੇਂ ਦੀ ਗੱਲ ਕਰਦੇ ਹਾਂ। ਤੁਸੀਂ ਜਦੋਂ ਉੱਥੇ ਪਹੁੰਚ ਗਏ, ਜਾਂਦੇ ਸਾਰ ਹੀ ਮੇਰੀ ਇੱਕ ਸੁਜੈਸ਼ਨ ਹੈ ਕਿ ਕਦੀ ਵੀ ਆਪਣੇ ਜੋ ਤੁਹਾਡਾ ਫਰੈਂਡ ਸਰਕਲ ਹੈ ਨਾ, ਉਹਨਾਂ ਨੂੰ ਤਾਂ ਚਲੋ ਤੁਸੀਂ ਜੌਬ ਲਈ ਕਹਿੰਦੇ ਹੋ ਕਿ ਯਾਰ ਜੌਬ ਲੱਭ ਕੇ ਰੱਖੀ ਹੈ, ਜੌਬ ਲੱਭਦੇ, ਮੇਰੀ ਸੁਜੈਸ਼ਨ ਹੈ ਕਿ ਜਾ ਕੇ ਉੱਥੇ ਨੇਟਿਵ ਜਿਹੜੇ ਉੱਥੋਂ ਦੇ ਲੋਕ ਨੇ, ਕੈਨੇਡੀਅਨਸ ਨੇ, ਠੀਕ ਹੈ, ਉਹਨਾਂ ਦੇ ਵਿੱਚ ਜਾ ਕੇ ਵਿਚਰੋ, ਆਪਣੇ ਆਪ ਨੂੰ ਉਹਨਾਂ ਸਾਹਮਣੇ ਪ੍ਰੈਜ਼ੈਂਟ ਕਰੋ। ਜਸਟ ਜੋ ਵੀ ਜੌਬ, ਮਤਲਬ ਜਦੋਂ ਕੋਈ ਲੈਟਸ ਸੇ ਕਿਸੇ ਕੰਪਨੀ ਕੋਈ ਜੌਬ ਹੈਗੀ ਆ, ਜਸਟ ਪ੍ਰੈਜ਼ੈਂਟ ਯੂਰਸੈਲਫ ਇਨ ਸੱਚ ਅ ਵੇ ਕਿ ਅਗਰ ਲੈਟਸ ਸੇ ਤੁਸੀਂ ਰਿਕਰੂਟ ਕਰੋਗੇ, ਕੰਪਨੀ ਤੁਹਾਨੂੰ ਰਿਕਰੂਟ ਕਰੇਗੀ, ਦੈਨ ਇਟ ਵਿਲ ਬੀ ਵੈਰੀ ਬੈਨੀਫੀਸ਼ੀਅਲ, ਤੁਸੀਂ ਇੱਕ ਬਰਡਨ ਨਹੀਂ ਹੋਵੋਗੇ। ਸੋ ਕਹਿਣ ਦਾ ਮੋਟਿਵ ਕੀ ਹੈ ਕਿ ਤੁਹਾਨੂੰ ਆਪਣੇ ਸੌਫਟ ਸਕਿੱਲਸ ਤੇ ਕਮਿਊਨੀਕੇਸ਼ਨ ਸਕਿੱਲਸ ਤੇ ਕੰਮ ਕਰਨਾ ਚਾਹੀਦਾ ਹੈ। ਐਂਡ ਇਹ ਇਕੱਲੇ ਕੈਨੇਡਾ ਦੀ ਗੱਲ ਨਹੀਂ ਹੈਗੀ, ਇਹ ਆਲ ਓਵਰ ਵਰਲਡ ਹੈ। ਤੁਸੀਂ ਇੰਡੀਆ ਦੇ ਵਿੱਚ ਹੋ ਜਾਂ ਕਿਤੇ ਵੀ ਹੋ, ਤੁਹਾਨੂੰ ਆਪਣੇ ਆਪ ਨੂੰ ਪ੍ਰੈਜ਼ੈਂਟੇਬਲ ਬਣਾਉਣਾ ਪਏਗਾ, ਤੁਹਾਨੂੰ ਇਹ ਸ਼ੋਅ ਕਰਨਾ ਪਏਗਾ ਕਿ ਮੈਨੂੰ ਕੰਮ ਆਉਂਦਾ ਤੇ ਮੈਨੂੰ ਕੰਮ ਦੋਗੇ ਤੇ ਮੈਂ ਕੰਮ ਕਰੂੰਗਾ। ਠੀਕ ਹੈ, ਸੋ ਇਹ ਇੱਕ ਬਹੁਤ ਇੰਪੋਰਟੈਂਟ ਹੈ। ਐਂਡ ਮਾਈਂਡ ਯੂ, ਜੋ ਚੀਜ਼ ਤੁਸੀਂ ਸਾਰੇ ਜਾਣੇ ਗਲਤੀਆਂ ਕਰਦੇ ਹੋ, ਜਾਂਦੇ ਸਾਰ ਕਦੀ ਵੀ ਤੁਹਾਨੂੰ ਇੱਕ ਵਧੀਆ ਇੱਕ ਸੈਲਰੀ ਵਾਲੀ ਜੌਬ ਨਹੀਂ ਮਿਲੇਗੀ। ਦ ਫਸਟ ਜੌਬ ਦੈਟ ਯੂ ਡੂ ਇਨ ਯੂਰ ਲਾਈਫ, ਦੈਟ ਇਜ਼ ਫॉर ਦ ਐਕਸਪੀਰੀਅੰਸ ਓਨਲੀ। ਐਕਸਪੀਰੀਅੰਸ ਗੇਨ ਕਰੋ, ਉਸ ਐਕਸਪੀਰੀਅੰਸ ਦੇ ਬੇਸ ਤੇ ਅੱਗੇ ਜੌਬ ਹਾਸਿਲ ਕਰੋ। ਜਾਂਦੇ ਸਾਰੀ ਤੁਸੀਂ ਸੋਚੋਗੇ ਕਿ ਤੁਹਾਨੂੰ ਬਹੁਤ ਵਧੀਆ ਜੌਬ ਮਿਲ ਜਾਏਗੀ, ਤੁਹਾਨੂੰ ਪੈਕੇਜ ਮਿਲ ਜਾਏਗਾ, $27 ਮਿਲ ਜਾਣਗੇ ਪਰ ਘੰਟੇ ਦੇ ਹਿਸਾਬ ਨਾਲ, ਨਹੀਂ ਮਿਲਣੇ। ਸ਼ੁਰੂ 'ਚ $13 ਹੀ ਮਿਲਣੇ ਨੇ, $14 ਹੀ ਮਿਲਣੇ ਨੇ। ਠੀਕ ਹੈ, ਸੋ ਕਹਿਣ ਦਾ ਮੋਟਿਵ ਕੀ ਹੈ ਕਿ ਜਾਂਦੇ ਸਾਰ ਤੁਹਾਡਾ ਫਸਟ ਪ੍ਰੈਫਰੈਂਸ ਜੋ ਹੋਣੀ ਚਾਹੀਦੀ, ਦੈਟ ਮਸਟ ਬੀ ਯੋਰ ਐਕਸਪੀਰੀਅੰਸ। ਐਕਸਪੀਰੀਅੰਸ ਗੇਨ ਕਰਕੇ ਫਿਰ ਤੁਸੀਂ ਜਾ ਕੇ ਕਹ ਲਓਗੇ ਇੱਕ ਜੌਬ ਜੋ ਤੁਸੀਂ ਵਧੀਆ ਡਿਜ਼ਾਇਰ ਕਰਦੇ ਹੋ, ਜੋ ਤੁਹਾਨੂੰ ਲੱਗਦਾ ਕਿ ਤੁਹਾਨੂੰ ਮਿਲਣੀ ਚਾਹੀਦੀ ਹੈ, ਉਹਦੇ ਲਈ ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਸਕਦੇ ਹੋ। ਐਂਡ ਐਂਡ ਆਫ ਦਾ ਡੇ, ਜੋ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਿਹਾ ਸੀਗਾ, ਬੇਟਾ ਕੰਮ ਕਰਨ ਚੱਲੇ ਹੋ, ਨੋਬਡੀ ਵਿਲ ਗਿਵ ਯੂ ਮਨੀ, ਬੈਠੇ ਬਿਠਾਏ, ਤੁਹਾਨੂੰ ਕੰਮ ਕਰਨਾ ਪਏਗਾ। ਐਂਡ ਐਂਡ ਆਫ ਦਾ ਡੇ, ਕਿਉਂ ਕਹਿਣਾ ਨਹੀਂ ਚਾਹੀਦਾ ਵੈਸੇ, ਪਰ ਕਿਉਂ ਪੰਜਾਬੀ ਬੰਦਾ ਜਿਹੜਾ ਹੈਗਾ ਉਹ ਹਮੇਸ਼ਾ ਉਹਨੂੰ ਕੰਮ ਦੇਣ ਲੱਗੇ ਥੋੜੀ ਜਿਹੀ ਉਹ ਨਹੀਂ ਦਿੰਦੇ। ਵਾਈ ਡੂ ਕੈਨੇਡੀਅਨਸ ਆਰ ਨਾਟ ਗਿਵਿੰਗ ਵਰਕਸ ਟੂ ਦਾ ਪੰਜਾਬੀ ਪੀਪਲ, ਪੰਜਾਬੀਆਂ ਨੂੰ ਕੰਮ ਕਿਉਂ ਨਹੀਂ ਦਿੰਦੇ ਪਏ? ਉਹ ਬੇਟਾ ਇਸੇ ਕਰਕੇ ਨਹੀਂ ਦੇ ਰਹੇ ਕਿਉਂਕਿ ਐਂਡ ਆਫ ਦਾ ਡੇ ਜਿਹੜਾ ਪੰਜਾਬੀ ਬੰਦਾ ਹੈਗਾ ਉਹ ਕਿਤੇ ਨਾ ਕਿਤੇ ਦੂਜੇ ਪੰਜਾਬੀ ਬੰਦੇ ਨੂੰ ਜਰਦਾ ਨੇ, ਐਂਡ ਉਹ ਇਹੀ ਸੋਚਦਾ ਕਿ ਮੈਂ ਉਹ ਤੋਂ ਨਿਕਲ ਜਾ, ਬਾਕੀ ਜਾਣੇ ਨਾ ਨਿਕਲ। ਸੋ ਜਿਹੜੇ ਵੀ ਤੁਹਾਡੀ ਜਨਤਾ ਹੈਗੀ, ਜਨਾਰਦਨ ਹੈਗੀ ਆ, ਉਹਨਾਂ ਨੂੰ ਤੁਸੀਂ ਜੌਬ ਲਈ ਕਿਹਾ ਹੋਇਆ, ਦੈਟ ਇਜ਼ ਗੁੱਡ, ਬਹੁਤ ਵਧੀਆ। ਬਟ ਮੇਰੀ ਸੁਜੈਸ਼ਨ ਹੈ ਕਿ ਆਪਣਾ ਸਰਕਲ ਆਪ ਬਣਾਓ, ਐਂਡ ਤੁਹਾਡਾ ਸਰਕਲ ਇੰਟਰਨੈਸ਼ਨਲ ਹੋਣਾ ਚਾਹੀਦਾ। ਪੰਜਾਬੀ ਬੰਦੇ ਜਾਂ ਜਿਹੜੇ ਤੁਹਾਡੀ ਲੋਕੈਲਿਟੀ ਹੈਗੀ ਆ, ਅਗਰ ਤੁਸੀਂ ਉਹਨਾਂ ਦੇ ਵਿੱਚ ਹੀ ਜਾ ਕੇ ਰਹਿ ਰਹੇ ਹੋ ਤੇ ਬੇਟਾ ਤੁਹਾਡੀ ਸੋਚ ਹੱਲੇ ਫਿਰ ਉੱਥੇ ਜੋਗੀ ਹੀ ਰਹਿ ਜਾਏਗੀ। ਥਿੰਕ ਇੰਟਰਨੈਸ਼ਨਲੀ ਐਂਡ ਵਰਕ ਇੰਟਰਨੈਸ਼ਨਲੀ, ਤਾਂ ਜਾ ਕੇ ਤੁਹਾਡਾ ਤਾਰਾ ਹੋਣਾ। ਨਹੀਂ ਤਾਂ ਐਂਡ ਆਫ ਦਾ ਡੇ ਉਹੀ ਗੱਲ ਕਿ ਕੰਮ ਨਹੀਂ ਮਿਲ ਰਿਹਾ, ਕੰਮ ਨਹੀਂ ਮਿਲ ਰਿਹਾ, ਕੰਮ ਬੈਠੇ ਬਿਠਾਏ ਨਹੀਂ ਮਿਲੇਗਾ। ਤੁਹਾਨੂੰ ਬਾਹਰ ਜਾ ਕੇ ਰਿਜ਼ਿਊਮੇ ਲੈ ਕੇ ਕੰਪਨੀਜ਼ ਦੇ ਵਿੱਚ ਜਾਣਾ ਪਏਗਾ, ਐਂਡ ਉੱਥੇ ਜਾ ਕੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਪਏਗਾ। ਕਿਸੇ ਦੋਸਤ ਨੂੰ ਕਹਿਣ ਦੇ ਨਾਲ ਕੰਮ ਮਿਲ ਸਕਦਾ ਹੈ ਥੋੜੇ ਚਿਰ ਦਾ, ਬਟ ਅਗਰ ਦੇਖੋ ਤੁਹਾਨੂੰ ਭੁੱਖ ਲੱਗੀ ਹੈ ਤੇ ਤੁਹਾਨੂੰ ਖੁਦ ਪਤਾ ਹੋਊਗਾ ਨਾ ਤੁਹਾਨੂੰ ਰੋਟੀ ਕਿੰਨੀ ਖਾਣੀ ਹੈ। ਸੋ ਕਹਿਣ ਦਾ ਮੋਟਿਵ ਕੀ ਹੈ ਕਿ ਤੁਹਾਡਾ ਜੋ ਕੰਮ ਤੁਹਾਨੂੰ ਕਰਨਾ ਆ, ਤੁਹਾਨੂੰ ਕਿੱਦਾਂ ਦੀ ਜੌਬ ਚਾਹੀਦੀ ਹੈ, ਕਿਹੜੀ ਕੰਪਨੀ ਵਿੱਚ ਤੁਸੀਂ ਟਾਰਗੇਟ ਕਰਕੇ ਲੈ ਸਕਦੇ ਹੋ ਜੌਬ, ਇਹ ਤੁਹਾਨੂੰ ਵੱਧ ਪਤਾ, ਤੁਹਾਡੇ ਦੋਸਤ ਨੂੰ ਨਹੀਂ ਪਤਾ। ਸੋ ਆਪਣਾ ਹਮਲਾ ਆਪ ਮਾਰੋ, ਕਿਸੇ ਤੇ ਵਿਸ਼ਵਾਸ ਨਾ ਕਰੋ, ਕਿਸੇ ਤੇ ਡਿਪੈਂਡੈਂਟ ਨਾ ਹੋਵੋ, ਐਂਡ ਐਂਡ ਆਫ ਦਾ ਡੇ ਆਪਣਾ ਫਿਊਚਰ ਖੁਦ ਬਣਾਓ। ਸੋ ਉਮੀਦ ਹੈ ਅੱਜ ਜੋ ਮੈਂ ਗੱਲਾਂ ਕਹੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ, ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰੋਗੇ, ਐਂਡ ਇਹ ਮੰਨ ਕੇ ਚਲੋ ਕਿ
ਜੋ ਜ਼ਿੰਦਗੀ ਹੈ ਉਹ ਸਟਰਗਲ ਹੀ ਹੈ। ਐਂਡ ਕੈਨੇਡਾ ਦੇ ਵਿੱਚ ਠੀਕ ਹੈ ਨਹੀਂ ਜੌਬਸ ਮਿਲਦੀਆਂ, ਬਟ ਹੁਣ ਆ ਗਏ, ਹੁਣ ਕਰਨਾ ਤਾਂ ਪੈਣਾ ਹੀ ਹੈ। ਸੋ ਜੇ ਕਰਨਾ ਪੈਣਾ ਹੀ ਹੈ ਐਂਡ ਪਿੱਛੋਂ ਪੈਸੇ ਨਹੀਂ ਮੰਗਾ ਸਕਦੇ, ਆਪਣੇ ਆਪ ਨੂੰ ਪ੍ਰੈਜ਼ੈਂਟੇਬਲ ਬਣਾਓ, ਕੰਪੀਟ ਕਰੋ, ਆਪਣੇ ਸਕਿੱਲਸ ਤੇ ਕੰਮ ਕਰੋ, ਐਂਡ ਐਂਡ ਆਫ ਦਾ ਡੇ ਇੱਕ ਵਧੀਆ ਜੌਬ ਹਾਸਲ ਕਰੋ, ਐਂਡ ਆਪਣੀਆਂ ਫੀਸਾਂ ਕੱਢੋ, ਐਂਡ ਇੱਕ ਲਿਵਿੰਗ ਐਕਸਪੈਂਸ ਆਪਣਾ ਵਧੀਆ ਬਣਾਓ। ਸੋ ਥੈਂਕ ਯੂ ਐਵਰੀਬਡੀ ਐਂਡ ਬਲੈਸ ਯੂ।